जी अस्सलाम वालेकुम। ਜੀ ਵਾਲੇਕੁਮ ਸਲਾਮ। हाँ जी। ਹੁਣ ਤੁਸੀਂ ਸਾਰਾ ਕੀਤਾ ਕਤਰਿਆ ਡਿਲੀਟ ਕਰ ਦਿੱਤਾ ਹੈ ਤੇ ਫਿਰ हाँ तुसी ਸ਼ੁਰੂ ਤੋਂ तुस ਕਰਾਂ। कोई गल नहीं करी जाओ तुसी इस तो जरा थोड़ा अखलाक दे दायरे च रहना चाहिए ना। तुसी बहुत गुस्से च सी तां मैनू ਕਰਦਾ कट्टना ਹੈ। पिया। ਬੜਾ ਗੁੱਸਾ ਆਉਂਦਾ ਮੈਨੂੰ ਇਹਦੇ ਤੇ। ਮੇਰਾ ਦਿਲ ਕਰਦਾ ਹੈ ਇਹਦੀ ਮੈਂ ਜਾ ਕੇ ਵਰਦੀ ਉਤਾਰਾਂ ਤੈਨੂੰ। ਮੇਰੇ ਮੂੰਹ ਲਗਾ ਫਿਰ ਕੁਛ ਨਿਕਲਣ नहीं नहीं ਵਾਲਾ हुण ना ਨਾ कढ़ना ਪਤਾ। दोबारा प्रोग्राम फिर कट्टना पैंदा। अच्छा ये दसो कि वो ते ਨਹੀਂ बाजवा साहब ते कह रहे ने कि मैं खिदमत कर रहा बड़ी कौम दी और मेरा सियासत नाल तल्लक ही नहीं हैगा। ਇਹ ਤੇ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਤੇਰਾ ਤਲਕ ਨਹੀਂ ਹੈ। हम्म। ਤੂੰ 6 ਮਹੀਨੇ ਪਹਿਲਾਂ ਜਦੋਂ ਤੇਰੇ ਆਖੇ ਉਹ ਸਲੀਮ ਖਾਨ ਨੂੰ ਵਜ਼ੀਰ ਆਲਾ ਨਹੀਂ ਬਣਾਇਆ हम्म। ਤੇ ਤੂੰ ਉਹਦੇ ਦੁਆਲੇ ਹੋ ਗਿਆ ਹੈ ਇਮਰਾਨ ਖਾਨ ਦੇ ਤੇ ਤੂੰ ਉਦੋਂ ਦੀ ਕਿਹੜ ਰੱਖੀ ਹੈ ਦਿਮਾਗ ਦੇ ਵਿੱਚ ਤੇ ਤੂੰ ਜਾ ਕੇ ਮੁਲਾਕਾਤਾਂ ਕੀਤੀਆਂ ਨੇ ਉਹਨਾਂ ਉਸ ਲੁਟੇਰੇ ਨਾਲ ਜਿਹਨੂੰ ਬਾਹਰ ਕੱਢਿਆ ਸੀ ਉਦੋਂ ਵੀ ਧੱਕੇ ਨਾਲ हम्म। ਨਵਾਜ਼ ਸ਼ਰੀਫ ਨਾਲ ਤੇ वो ਅਮਰੀਕਾ ਨਾਲ ਤੇ ਬੈਲਜੀਅਮ ਜਾ ਕੇ ਬੈਠਾ ਰਿਹਾ ਸੀ ਉੱਥੇ ਕੀ ਲੈਣ ਗਿਆ ਸੀ ਤੂੰ ਕੀ ਇਹਨਾਂ ਇਸ ਆਵਾਮ ਨੂੰ ਪਤਾ ਹੀ ਕੋਈ ਨਹੀਂ। पर ਅਸੀਂ ਕਦੀ ਨਹੀਂ ਜਾ ਸਕਦੇ ਚੜੇ ਫਿਰ ਵੀ ਅਸੀਂ ਅੱਖਾਂ ਕੰਨ ਰੱਖਨੇ ਆ ਦਿਮਾਗ ਰੱਖਨੇ ਆ ਦੁਨੀਆ ਦੀ ਹਵਾ ਨੂੰ ਦੇਖਨੇ ਆ ਕਿ ਕਿਸ ਤਰਫ ਚੱਲ ਰਹੀ ਹੈ। ਇਹ ਝੂਠ ਬੋਲਦਾ ਹੈ ਤੇ ਮੂੰਹ ਤੇ ਲਾਨਤ ਪੈ ਗਈ ਹੈ ਇੰਨਾ ਇਹ ਤੇ ਬਾਬਰ ਤੇ ਉਹ ਸ਼ਮੀਮ ਇਹ ਤਰੇ ਤੇ ਇਤਨੇ ਕੁ ਇਹਨਾਂ ਦੀ ਹੁਣ ਦੁੰਬ ਚੁੱਕੀ ਹੈ ਨਾ ਇਹਨਾਂ ਨੂੰ ਅਰਬ ਹਜ਼ਮ ਨਹੀਂ ਹੋ ਰਿਹਾ। अच्छा ये ਇਹ ਆਂਦੇ ਨੇ दसो ਹਰ ਕੰਮ ਇਮਰਾਨ ਖਾਨ ਹੀ ਝੂਠਾ ਹੈ ਇਮਰਾਨ ਖਾਨ ਦੀ ਪਾਰਟੀ ਝੂਠੀ ਹੈ ਇਮਰਾਨ ਖਾਨ ਨੂੰ ਹੁਣ ਇਕਤਦਾਰ ਵਿੱਚ ਨਹੀਂ ਆਉਣ ਦੇਣਾ। ਤੇ ਜਿਨ੍ਹਾਂ ਨੂੰ ਰਾਤੋਂ ਰਾਤ ਲੈ ਆਏ ਨੇ ਇਹ ਜੋ ਕੁਝ ਸਾਡੇ ਨਾਲ ਕਰਦੇ ਨੇ ਪੈ ਨੂੰ ਸ਼ਰਮ ਨਹੀਂ ਆਉਂਦੀ। ਫਿਰ ਜੇ ਅਸੀਂ ਪਿੱਟਣ ਬਾਹਰ ਰੋਡਾਂ ਤੇ ਨਿਕਲਦੇ ਆ ਤੇ ਉਹ ਗੈਸ ਸੁੱਟੀ ਸੋ ਸਾਡੇ ਤੇ ਜਿਹੜੀ ਦਹਿਸ਼ਤ ਗਰਦਾਂ ਤੇ ਪਾਉਂਦੇ ਨੇ ਉਹ ਮਾਰਿਆ ਸੋ ਮਾਰ ਬੱਚਿਆਂ ਨੂੰ ਜਿਹੜਾ ਰਹਿ ਨਾ ਖੁਦਾ ਦਾ ਵੀ ਅਸੀਂ ਆਪਣਾ ਇਤਜਾਜ ਕਰਨੇ ਆ। ਜਦੋਂ ਮਰੀਮ ਨਵਾਜ਼ ਆਈ ਸੀ ਜਦੋਂ ਇਹ 2 ਵਾਰੀ ਫਜ਼ਲੂ ਆਇਆ ਸੀ ਕਿੰਨੇ ਕੁ ਉਹਦੇ ਤੇ ਉਹਨਾਂ ਡਾਂਗਾ ਮਾਰੀਆਂ ਸਨ ਜਾਂ ਗੈਸਾਂ ਮਾਰੀਆਂ ਸਨ ਜਾਂ ਕੁਝ ਕੀਤਾ ਸੀ। ਅਗਲੇ ਦਿਨ ਅਜੇ ਆਏ ਨੇ ਮਹਿੰਗਾਈ ਮਾਰਚ ਕਰਦਾ ਦੂਜਾ ਜਿਹੜਾ ਫਰੱਡਗੇ ਦਾ ਪੁੱਤਰ अच्छा ਕਿਸੇ ਨੇ ਰੁਕਾਵਟ ਕੀਤੀ ਹੈ ਇਹਨਾਂ ਦੇ ਰਸਤੇ 'ਚ ਖੜੀ ਕਿਸੇ ਰੁਕਾਵਟ ਕੀਤੀ ਹੈ ਕਿਸੇ ਇਹਨਾਂ ਨੂੰ ਪੁਲਿਸ ਨੇ ਕਿਸੇ ਨੇ ਇਹਨਾਂ ਨੂੰ ਰੋਕਿਆ ਫਿਰ ਇਹਨਾਂ ਨੂੰ ਅੱਜ ਅਜੇ ਤੇ ਕੋਈ ਅਰਸਾ ਵੀ ਨਹੀਂ ਗੁਜ਼ਰਿਆ ਫਿਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹਨਾਂ ਉਹਦੇ ਮਾਰਚ ਤੇ ਕੀ ਹਸ਼ਰ ਕੀਤਾ ਉਹ ਉਹਦਾ ਮਾਰਚ ਇਕੱਲੇ ਦਾ ਨਹੀਂ ਸੀ ਉਹ ਅਸੀਂ ਆਵਾਮ ਨਿਕਲੇ ਸਾਂ। अच्छा वो नवाज शरीफ ਤੇ ਬਿਮਾਰ ਹੈ ਵਿਚਾਰਾ ਤੁਸੀਂ ਕਹਿ ਰਹੇ ਕਿ ਉਹ ਫਰਾਡੀਆ ਵਾ ਉਹਦੀ ਤਬੀਅਤ ਨਹੀਂ ਠੀਕ ਹੈਗੀ ਉਹਦਾ ਕਈ ਮਸਲੇ ਨੇ ਉਹਦੇ ਤੋਂ। ਉਹ ਫਰਾਡੀਆ ਉਹ ਇੱਥੋਂ ਵੀ ਝੂਠ ਬੋਲ ਕੇ ਕਿਸੇ ਦੀਆਂ ਪਲੇਟਾਂ ਕਿਸੇ ਦੇ ਕਾਗਜ਼ ਕਿਸੇ ਦਾ ਬਲੱਡ ਉਹ ਵਿਖਾ ਕੇ ਤੇ ਉਹ ਮਕਰ ਕਰਕੇ ਗਿਆ ਸੀ ਜਿਸ ਵੇਲੇ ਜਹਾਜ਼ ਵਿੱਚ ਬੈਠਾ ਸੀ ਉਹ ਚੰਗਾ ਭਲਾ ਸੀ ਉਹ ਬਗੈਰ ਝੂਠ ਬੋਲ ਕੇ ਗਿਆ ਇੱਥੋਂ ਸਜ਼ਾ ਤੋਂ ਜਾਨ ਛੁਡਾ ਕੇ ਬਾਹਰ ਬਹਿ ਕੇ ਸਿਆਸਤ ਕਰਦਾ ਪਿਆ। ਆਨਲਾਈਨ ਟੀਵੀਆਂ ਤੋਂ ਸ਼ੁਰੂ ਹੋ ਗਿਆ ਸੀ ਫਿਰ ਇਹ ਜਨਾਬ ਜਲਸੇ ਜਿੱਥੇ ਧੀਦਾ ਹੁੰਦਾ ਜਿੱਥੇ ਆਉਂਦੇ ਆ ਵੀ ਮੀਆਂ ਸ਼ਾਹ ਵੇਖਦੇ ਹੋ ਨਾ ਪੈ ਲੋਕ ਤੁਹਾਨੂੰ ਕਿੰਨਾ ਕੁ ਯਾਦ ਕਰਦੇ ਨੇ ਪੈ ਇਹ ਬਿਮਾਰ ਹੈ ਇਹ ਬਿਮਾਰ ਨਹੀਂ ਇਹ ਸਾਜ਼ਿਸ਼ ਕਰਨ ਗਿਆ ਹੈ। ਪਰ ਉਹ ਤੇ ਇੱਥੇ ਤਾਂ ਮੈਨੂੰ ਮਰੀਮ ਜੇਲ੍ਹ ਨਵਾਜ਼ ਤੋਂ ਤੇ ਕੱਢਿਆ, ਕਹਿੰਦੀ ਹੈ ਬਾਹਰ ਕਿ ਨਿਕਲ ਕੇ ਮੈਂ ਵਾਵਾ ਖੁੱਲ ਕੇ ਮੁਲਾਕਾਤਾਂ ਕਰਾਂਦਾ ਇਸਰਾਈਲ ਨਾਲ ਇੰਗਲੈਂਡ ਆਇਆ ਨਾਲ ਅਮਰੀਕਾ ਵਾਲਿਆਂ ਨਾਲ। ਪਰ ਉਹ ਮਰੀਮ ਨਵਾਜ਼ ਤੇ ਕਹਿੰਦੀ ਕਿ ਇੱਕ ਇਲਾਕੇ ਚੋਂ ਗਈ ਸੀ ਤੇ ਉਹ ਕਹਿੰਦੀ ਇੱਥੇ ਜਿਹੜਾ ਬੱਚਾ ਪੈਦਾ ਹੁੰਦਾ ਲੋਕੀ ਉਹਦਾ ਨਾਮ ਨਵਾਜ਼ ਸ਼ਰੀਫ ਰੱਖਦੇ ਨੇ ਹੁਣ। ਇਹ ਤੇ ਤੁਸੀਂ ਜਲਸਿਆਂ 'ਚ ਵੇਖ ਹੀ ਲਿਆ ਹੋਵੇਗਾ ਜਾਂ ਜਿਹੜੇ ਮੀਡੀਆ ਦੇ ਲੋਕ ਲੈ ਕੇ ਜਾਂਦੇ ਨੇ ਉਹ ਪੁੱਛਦੇ ਨੇ ਲੋਕਾਂ ਕੋਲੋਂ ਤੁਹਾਡੇ ਵੱਲ ਬੱਚਾ ਪੈਦਾ ਹੋਏਗਾ ਤੁਹਾਡਾ ਨਾਮ ਨਵਾਜ਼ ਸ਼ਰੀਫ ਰੱਖੋ ਤੇ ਤੂੰ ਕੰਨਾਂ ਨੂੰ ਹੱਥ ਲਾਉਂਦੇ ਨੇ ਅਸੀਂ ਨਵਾਜ਼ ਸ਼ਰੀਫ ਨਹੀਂ ਰੱਖਾਂਗੇ। ਅੱਛਾ ਉਹ ਮਰੀਮ ਤੇ ਵਿਚਾਰੀ ਬਹੁਤ ਪਰੇਸ਼ਾਨ ਹੈ ਤੁਸੀਂ ਐਵੇਂ ਨਾਰਾਜ਼ ਹੋ ਕਹਿੰਦੀ ਜਦੋਂ ਮੈਂ 에ਅਰ ਕੰਡੀਸ਼ਨ 'ਚ ਉਹ ਗੱਲ ਤੇ ਸੁਣ ਲਓ ਕਹਿੰਦੀ ਜਦੋਂ ਮੈਂ 에ਅਰ ਕੰਡੀਸ਼ਨ 'ਚ ਬਹਿਨੀ ਮੈਨੂੰ ਗਰੀਬ ਯਾਦ ਆਉਂਦਾ ਜਿਹਦੇ ਘਰ ਪੱਖਾ ਵੀ ਨਹੀਂ ਹੈਗਾ। ਤੇ ਲਵਾ ਦੇ ਨਾ ਪੱਖੇ ਥੋੜੀ ਦੌਲਤ ਜੇ ਥੋੜਾ ਇਕੱਠਾ ਕੀਤਾ ਹੈ ਜੇ ਲਿਆਵੋ ਨਾ ਸਾਰਾ ਕਰਜ਼ਾ ਲਾਓ ਮੁਲਕ ਦਾ ਤੇ ਗਰੀਬਾਂ ਦੀ ਜਾਨ ਛੱਡੋ ਉਹਨਾਂ ਨੂੰ ਕੋਈ ਸਹੂਲਤ ਦਿਓ ਕੋਈ ਪਤਾ ਤੇ ਫਿਰ ਲੱਗੇ ਨਾ ਜਿਹੜੀਆਂ ਹੱਥ ਲੜਾ ਕੇ ਤੇ ਸੁਰਖੀ ਪਾਊਡਰ ਵਿਖਾਉਣ ਵਾਸਤੇ ਆ ਜਾਂਦੀਆਂ ਤੀਸਰੇ ਦਿਨ ਪ੍ਰੈਸ ਕਾਨਫਰੰਸ ਕਰਨ ਹੋਰ ਕੋਈ ਕੰਮ ਨਹੀਂ ਹੁੰਦਾ। ਕਦੀ ਫੌਜੀਆਂ ਨੂੰ ਗਾਲਾਂ ਕੱਢਣ ਲੱਗ ਪੈਂਦੀ ਹੈ ਤੇ ਕਦੀ ਜੇ ਉਹਨਾਂ ਦੀ ਮਹਿਤੀ ਬਣ ਜਾਂਦੀ ਹੈ। ਇਹ ਮਾਫੀਆ ਉਹ ਇਹ ਕਿ ਜਿਹੜਾ ਇੰਨਾ ਕੁ ਗੰਦ ਘੋਲਿਆ ਇਹਨਾਂ ਦੋਹਾਂ ਪਾਰਟੀਆਂ ਕਿ ਇਹਨਾਂ ਦੀਆਂ 7 ਨਸਲਾਂ ਵੀ ਫਾਇਦੇ ਉਠਾਉਣਦੀਆਂ ਕਿਉਂਕਿ ਸਾਰੇ ਬੀਟ ਬੋਏ ਬਿਊਰੋਕ੍ਰੇਸੀ ਪੁਲਿਸ ਜੱਜ ਇਹਨਾਂ ਦੇ ਖਰੀਦੇ ਮੁਲਾਜ਼ਮ ਨੇ
ਕਿੰਨੀ ਤਾਲੀਮ ਹੈ ਤੁਹਾਡੀ? ਸਮਝ ਮੈਂ ਆਈ? ਕਿਹਾ ਤੁਹਾਡੀ ਤਾਲੀਮ ਕੀ ਹੈ? ਮੈਂ ਆਪਣੇ ਜ਼ਮਾਨੇ 'ਚ ਰੋ ਧੋ ਕੇ ਮੈਟ੍ਰਿਕ ਕੀਤੀ ਸੀ। ਪਰ ਤੁਹਾਡੇ ਕੋਲ ਤੇ ਬੜਾ ਨੌਲੇਜ ਹੈ, ਤੁਹਾਨੂੰ ਤੇ ਹਰ ਚੀਜ਼ ਦਾ ਸਿਆਸਤ ਦਾ ਪਤਾ ਵਾ ਕਿ ਉੱਥੇ ਇਹ ਹੋ ਰਿਹਾ ਇੱਥੇ। ਉਹ ਕਹਿੰਦੇ ਸਾਡੀ ਆਵਾਮ ਜਿਹੜੀ ਉਹਨੂੰ ਸਮਝ ਹੀ ਨਹੀਂ ਹੈਗੀ। ਹਾਂ, ਆਵਾਮ ਬੇਵਕੂਫ ਹੈ। ਮੈਂ ਉਸ ਵਕਤ ਮੈਂ ਯੰਗ ਸਾਂ, ਮੇਰੀ ਨਈ ਨਈ ਸ਼ਾਦੀ ਹੋਈ ਸੀ। ਆਪ ਯਕੀਨ ਕਰੇ, ਮੈਂ ਖੁਦ ਜਦੋਂ ਇਹਨਾਂ ਫਾਂਸੀ ਦਿੱਤੀ ਸੀ ਨਾ ਉਸ ਬੇਕਸੂਰ ਨੂੰ, ਹੂੰ ਤੇ ਮੈਂ ਸਾਰੀ ਰਾਤ 8 ਤੋਂ 9 10 ਵਜੇ ਤੱਕ BBC ਦਾ ਪ੍ਰੋਗਰਾਮ ਹੁੰਦਾ ਸੀ, ਉਹ ਸੁਣਦੀ ਸਾਂ। ਹੂੰ ਤੇ ਮੈਨੂੰ ਯਕੀਨ ਨਹੀਂ ਸੀ ਆਉਂਦਾ ਕਿ ਉਹਨੂੰ ਫਾਂਸੀ ਤੇ ਚੜਾ ਦੇਣ ਦੇ। ਮੈਂ ਕਿਹਾ ਚਲੋ ਉਮਰ ਕੈਦ ਕਰ ਛੱਡਣ ਦੇ, ਕੁਝ ਕਰਨ ਦੇ, ਇਤਨਾ ਵੀ ਉਹਦਾ ਕਸੂਰ ਕੋਈ ਨਹੀਂ ਸੀ ਹੂੰ ਜਿੱਥੇ ਇਹਨਾਂ ਉਹਨੂੰ ਚੜਾ ਛੜਿਆ ਸੀ। ਤੇ ਆਪ ਯਕੀਨ ਕਰਨਗੇ, ਪੂਰਾ ਮੁਲਕ ਢਾਈ ਮਾਰ ਮਾਰ ਕੇ ਇਹਨਾਂ ਜਰਨੈਲਾਂ ਦੀ ਜਾਨ ਨੂੰ ਰੋਇਆ ਸੀ। ਤੇ ਉਸੇ ਜਰਨੈਲ ਦਾ ਕੀਮਾ ਉਸੇ ਅਮਰੀਕਾ ਨੇ ਫਿਰ ਕਰ ਛੜਿਆ। ਨਹੀਂ, ਉਹ ਤੇ ਕਹਿੰਦੇ ਨੇ ਕਿ ਸਾਡੀ ਫੌਜ ਜਿਹੜੀ ਹੈ ਉਹ ਨਾ ਹੋਏ ਤੇ ਮੁਲਕ ਜਿਹੜਾ ਬਚ ਹੀ ਨਹੀਂ ਸਕਦਾ। ਅਸੀਂ ਤੇ ਬੜੀ ਹਿਫਾਜ਼ਤ ਕਰਨੇ, ਪਰ ਉਹ ਜਿਹੜੇ ਛੋਟੇ ਫੌਜੀ ਉਹ ਤੇ ਕੁਰਬਾਨੀਆਂ ਦੇ ਹੀ ਰਹੇ ਨੇ ਨਾ। ਇਹ ਤੇ ਇਹਦੇ ਤੇ ਕੋਈ ਸ਼ੱਕ ਨਹੀਂ ਹੈ। ਤੇ ਆਪ ਯਕੀਨ ਕਰੋ ਦੇ ਛੋਟੇ ਫੌਜੀਆਂ ਨੂੰ ਅਸੀਂ ਸਲਾਮ ਕਰਨੇ ਆ। ਛੋਟੇ ਫੌਜੀਆਂ ਤੇ ਅਸੀਂ ਆਪਣੀ ਜਾਨ ਕੁਰਬਾਨ ਕਰਨੇ ਆ। ਜਿਹੜੇ ਮਾਵਾਂ ਦੇ ਬੱਚੇ ਕਪਤਾਨ, ਮੇਜਰ, ਸਿਪਾਹੀ, ਲਾਂਸਨੈਕ, ਜੀਸੀਓ ਜਿਹੜੇ ਮਰਦੇ ਨੇ ਪਏ ਮੁਹਾਜ਼ਾਂ ਤੇ, ਜਿਹੜੇ ਜਾਨ ਦਿੰਦੇ ਨੇ, ਉਹਨਾਂ ਕੋਲ ਬੁਲਟ ਪ੍ਰੂਫ ਹੈ ਕੋਈ ਨਹੀਂ। ਉਹ ਜਿਹੜੀਆਂ ਜੈਕਟਾਂ ਹੁੰਦੀਆਂ ਨੇ ਉਹ ਵੀ ਉਹਨਾਂ ਕੋਲ ਕੋਈ ਨਹੀਂ, ਤੇ ਉਹਨਾਂ ਨੂੰ ਬਾਇਆ ਨੇ ਉੱਥੇ। ਜਿਨ੍ਹਾਂ ਨੂੰ ਸਿਆਚੀਨ ਤੇ ਚਾੜਿਆ ਨੇ, ਜਦੋਂ ਸ਼ੁਰੂ ਤੋਂ ਚਾੜਨ ਲੱਗੇ ਸਨ, ਆਪ ਯਕੀਨ ਕਰਿਆ ਜੇ ਬੱਚਿਆਂ ਦੀਆਂ ਲੱਤਾਂ, ਬਾਹੀਆਂ, ਹੱਥ ਪੈਰ ਉਹਨਾਂ ਦੇ ਝੜ ਗਏ ਸਨ। ਉਹ ਵੀ ਅਸਾਂ ਬਰਦਾਸ਼ਤ ਕੀਤੇ ਸਨ ਆਪਣੇ ਮੁਲਕ ਵਾਸਤੇ। ਲੇਕਿਨ ਇਹ ਜਿਹੜਾ ਜ਼ੁਲਮ ਕਰਦੇ ਨੇ ਨਾ ਅਮਰੀਕਾ ਦੀ ਸ਼ੇਅ ਤੇ, ਉਹ ਬਰਦਾਸ਼ਤ ਨਹੀਂ ਸਾਡੇ ਕੋਲ ਹੁੰਦੀ। ਤੇ ਉਹ ਮਰੀਮ ਨਵਾਜ਼ ਨਾਲ ਤੁਸੀਂ ਨਾਰਾਜ਼ ਹੋ ਰਹੇ, ਮੇਕਅਪ ਨਾ ਕਰੇ ਤੇ ਫਿਰ ਕੀ ਕਰੇ ਹੁਣ? ਉਹ ਫਿਰ ਜਲਸਾ ਚਲਾਣਾ ਵੀ ਤੇ ਹੈ ਬਗੈਰ, ਨਹੀਂ ਤੇ ਉਹ ਬਗੈਰ ਮੇਕਅਪ ਤੋਂ ਆਏਗੀ ਤੇ ਫਿਰ ਜਲਸੇ ਤੇ ਹਾਜ਼ਰੀ ਘਟ ਜਾਂਦੀ ਹੈ ਜੀ। ਹਾਜ਼ਰੀ ਘਟ ਜਾਂਦੀ। ਇਹ ਮਰੀਮ ਨਵਾਜ਼ ਦੀ ਮੈਂ ਤੁਹਾਨੂੰ ਹਿਸਟਰੀ ਦੱਸਾਂ, ਫਿਰ ਤੁਸੀਂ ਆਖੋ ਨਹੀਂ ਰਹਿਣ ਦਿਓ। ਨਹੀਂ ਤੁਸੀਂ ਹਿਸਟਰੀ ਰਹਿਣ ਦਿਓ, ਸਭ ਨੂੰ ਪਤਾ ਵਾ। ਤੇ ਕੋਈ ਮੈਸੇਜ ਦੇਣਾ ਚਾਹੋ? ਅੱਲਾ ਜੰਨਤ ਨਸੀਬ ਕਰੇ। ਇਹਦੀ ਮਾਂ ਦੇ ਉਹ ਦਾਰਾ ਪਹਿਲਵਾਨ ਦੀ ਸੱਕੀ ਭੈਣ ਸੀ। ਇਹਨਾਂ ਦੇ ਚਾਚੇ ਤਾਏ ਪਹਿਲਵਾਨ ਸਨ। ਇਹ ਜੱਦੀ ਪੁਸ਼ਤੀ ਕਬਜ਼ੇ ਕਰਦੇ ਸਨ ਪਲਾਟਾਂ ਤੇ। ਕਬਜ਼ਾ ਗਰੁੱਪ ਸੀ। ਹੁਣ ਇਹਨਾਂ ਦੇ ਮੁਲਕ ਹੱਥ 'ਚ ਆ ਗਿਆ, ਇਹਨਾਂ ਉਹਨੂੰ ਵੀ ਉਸੇ ਤਰ੍ਹਾਂ ਟਰੀਟ ਕੀਤਾ ਹੈ। ਇਹ ਮੈਸੇਜ ਇਹ ਹੀ ਇਕੱਲਾ ਕਰੇ ਸਾਡੀ ਇਹਨਾਂ ਕੋਲ ਜਾਨ ਛੁੱਟ ਜਾਏ। ਅੱਲਾਹ ਪਾਕ ਮਦਦ ਕਰੇਗਾ, ਵਰਨਾ ਇਹ ਮਾਫੀਆ ਕਿਸੇ ਦੇ ਵੱਸ 'ਚ ਨਹੀਂ ਹੈ। ਇਮਰਾਨ ਖਾਨ ਵੀ ਜਿੰਨੀ ਕੋਸ਼ਿਸ਼ ਕਰ ਰਿਹਾ, ਅਸੀਂ ਆਵਾਮ ਵੀ ਕਰ ਰਹੇ ਹਾਂ। ਅਸੀਂ GHQ ਉਹਦੇ ਸਾਹਮਣੇ ਜਾ ਕੇ ਸੀਨਾ ਕੁੱਬੀ ਕੀਤੀ ਹੈ। ਮਰ ਜੋ ਕੀੜੇ ਪੈਣ, ਤੁਹਾਨੂੰ ਕੋਈ ਸ਼ਰਮ ਕਰ ਛੜੋ। ਸਹੀ। ਚਲੋ ਜੀ, ਸਾਡਾ ਪ੍ਰੋਗਰਾਮ ਵੇਖਦੇ ਜੇ 9 Brothers TV? ਮੈਂ ਤੁਹਾਡਾ ਪ੍ਰੋਗਰਾਮ ਵੇਖ ਰਹੀ ਹਾਂ, ਉਹਨੂੰ ਲਾਈਕ ਕਰਨੀ ਆ, ਉਹਨੂੰ ਸਬਸਕ੍ਰਾਈਬ ਕਰਨੀ ਆ, ਘੰਟੀ ਦੇ ਨਿਸ਼ਾਨ ਨੂੰ ਦਬਾਨੀ ਆ। ਅੱਲਾ ਕਰੇ ਤੁਹਾਡਾ ਪ੍ਰੋਗਰਾਮ ਚੱਲਦਾ ਰਵੇ। ਜੇ ਸਾਡੇ ਵਰਗੇ ਜਿਹੜੇ ਕਿਧਰੇ ਸਾਡੀ ਸੁਣਵਾਈ ਕੋਈ ਨਹੀਂ, ਅਸੀਂ ਆਪਣੇ ਦਿਲ ਦੀ ਪੜਾਸ ਕੱਢ ਲੈਂਦੇ। ਚਲੋ ਉੱਥੇ ਦੱਸਿਓ ਨਾ ਕਿਸੇ ਨੂੰ ਕਿ ਤੁਸੀਂ ਪ੍ਰੋਗਰਾਮ ਕੀਤਾ ਦਾ। ठीक है, चलो ठीक, ओके, अल्लाह हाफिज। दादी इसलिए मैंने कहा पाकिस्तान है, कोई पता नहीं। देखिए प्रॉब्लम ये है कि शौर तो लोगों में आ गया, समझ तो आ गई है। अब ये जिस तरह बता रही थी कि कभी मैं मीडिया पे नहीं आई, ये दूसरी दफ़ा करना पड़ा। बहुत नाराज़ थी ये जो खतून थी, माला एहतियात करनी पड़ती है। सब्सक्राइब करें, जुड़े रहें हमारे साथ।